ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਮੈਂ ਜਸਲੀਨ ਕੌਰ ਟੋਰਾਂਟੋ ਤੋਂ ਹਾਜ਼ਰ ਹਾਂ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਖਾਸ ਪੇਸ਼ਕਸ਼ ਦੀ। ਸ਼ੁਰੂਆਤ ਕਰਾਂਗੇ ਕੈਨੇਡਾ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਨਾਲ। ਕੈਨੇਡਾ ਦੇ ਕਈ ਸੂਬੇ ਇਸ ਵੇਲੇ ਸਟੇਜ 2 ਅਤੇ ਕਈ ਸੂਬੇ ਸਟੇਜ 3 ਅਧੀਨ ਆਪਰੇਟ ਹੋ ਰਹੇ ਹਨ। ਇਸ ਦੇ ਨਾਲ ਹੀ ਇਕਨੋਮੀ ਵੀ ਹੁਣ ਮੁੜ ਤੋਂ ਖੁੱਲ੍ਹਣੀ ਸ਼ੁਰੂ ਹੋ ਗਈ ਹੈ, ਜਿਸ ਦੇ ਚੱਲਦਿਆਂ ਵੱਖ-ਵੱਖ ਸਿਟੀਜ਼ ਵੱਲੋਂ ਹੁਣ ਇੰਡੋਰ ਪਬਲਿਕ ਸਪੇਸਿਸ ਦੇ ਵਿੱਚ ਫੇਸ ਮਾਸਕ ਦੀ ਵਰਤੋਂ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਟੋਰਾਂਟੋ, ਪੀਲ ਰੀਜਨ ਅਤੇ ਆਟਵਾ ਦੇ ਵਿੱਚ ਇਹ ਨਿਯਮ ਲਾਗੂ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇੰਡੋਰ ਪਬਲਿਕ ਪਲੇਸਿਸ ਦੇ ਵਿੱਚ ਗ੍ਰੋਸਰੀ ਸਟੋਰਸ, ਰੀਟੇਲ ਸ਼ਾਪਸ, ਲਾਇਬ੍ਰੇਰੀਜ਼, ਰੈਸਟੋਰੈਂਟਸ, ਫਾਰਮਰ ਮਾਰਕੀਟਸ ਅਤੇ ਪਲੇਸਿਸ ਆਫ ਵਰਸ਼ਿਪ ਅਤੇ ਰਿਲੀਜੀਅਸ ਪਲੇਸਿਸ ਸ਼ਾਮਿਲ ਕੀਤੀਆਂ ਗਈਆਂ ਹਨ। ਟੋਰਾਂਟੋ ਅਤੇ ਆਟਵਾ ਦੇ ਵਿੱਚ ਇਹ ਨਿਯਮ ਸਕੂਲਸ ਅਤੇ ਹਸਪੀਟਲਸ ਦੇ ਵਿੱਚ ਅਪਲਾਈ ਨਹੀਂ ਹੁੰਦੇ ਹਨ। ਪੈਂਡੈਮਿਕ ਦੇ ਚੱਲਦਿਆਂ ਫਰੰਟਲਾਈਨ ਅਤੇ ਐਸੈਂਸ਼ੀਅਲ ਵਰਕਰਸ ਦੀ ਮਦਦ ਲਈ ਵੱਖ-ਵੱਖ ਸੰਸਥਾਵਾਂ ਅੱਗੇ ਆਈਆਂ। ਇਸੇ ਤਰ੍ਹਾਂ ਰਜਾਇਨਾ ਦੀ ਗੁਰੂ ਨਾਨਕ ਫ੍ਰੀ ਕਿਚਨ ਵੱਲੋਂ ਵੀ ਹਰ ਹਫ਼ਤੇ ਲੋੜਵੰਦਾਂ ਤੱਕ ਫ੍ਰੀ ਖਾਣਾ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਬੀਤੇ ਦਿਨੀ ਰਜਾਇਨਾ ਦੇ ਕੋਨੈਕਸਿਸ ਬੈਂਕ ਵੱਲੋਂ ਇੱਕ ਕੰਟੈਸਟ ਰੱਖਿਆ ਗਿਆ ਸੀ, ਜਿਸ ਵਿੱਚ ਕੋਵਿਡ-19 ਦੌਰਾਨ ਸੇਵਾ ਕਰ ਰਹੀਆਂ ਸੰਸਥਾਵਾਂ ਦੇ ਨਾਮ ਇੱਕ ਲੱਕੀ ਡਰਾਅ ਵਿੱਚ ਸ਼ਾਮਿਲ ਕੀਤੇ ਗਏ ਅਤੇ ਇਸ ਅਧੀਨ ਗੁਰੂ ਨਾਨਕ ਫ੍ਰੀ ਕਿਚਨ ਨੂੰ $5000 ਦੇ ਚੈੱਕ ਦੇ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰਜਾਇਨਾ ਦੇ ਕਨੈਕਸਿਸ ਬੈਂਕ ਵੱਲੋਂ ਕਨੈਕਸਿਸ ਕਾਈਂਡਨੈਸ ਕੈਪੀਟਲ ਫੰਡ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਅਧੀਨ ਇਹ ਕੈਂਪੇਨ ਸਸਕੈਚੁਅਨ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਨੂੰ ਸਨਮਾਨਿਤ ਕਰਨ ਲਈ ਰੱਖਿਆ ਗਿਆ ਸੀ। ਗੁਰੂ ਨਾਨਕ ਫ੍ਰੀ ਕਿਚਨ ਰਜਾਇਨਾ ਹਰ ਐਤਵਾਰ 12:30 ਵਜੇ ਤੋਂ 3 ਵਜੇ ਤੱਕ ਪਿਛਲੇ 2 ਸਾਲ ਤੋਂ ਇੱਥੇ ਜੋ ਲੰਗਰ ਚਲਾਏ ਜਾ ਰਹੇ ਆ ਰਜਾਇਨਾ ਸ਼ਹਿਰ ਦੇ ਵਿੱਚ, ਸਸਕੈਚੁਅਨ ਪ੍ਰੋਵਿੰਸ ਦੇ ਵਿੱਚ। ਅੱਜ ਗੁਰੂ ਨਾਨਕ ਫ੍ਰੀ ਕਿਚਨ ਵਧਾਈ ਦੇ ਪਾਤਰ ਹੈ। ਕਨੈਕਸ ਬੈਂਕ ਵੱਲੋਂ ਉਹਨਾਂ ਨੇ ਇੱਕ ਕੰਟੈਸਟ ਰੱਖਿਆ ਸੀ, ਜਿਸ ਦੇ ਵਿੱਚ ਜਿਨ੍ਹਾਂ ਨੇ ਵੀ ਕੋਵਿਡ-19 ਦੇ ਵਿੱਚ ਸੇਵਾ ਕੀਤੀ ਸੀ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਇੱਕ ਲੱਕੀ ਡਰਾਅ ਦੇ ਵਿੱਚ ਉਹਨਾਂ ਦੇ ਨਾਮ ਪਾਏ ਸੀ, ਤਾਂ ਕਿ ਜਿਹੜਾ ਵੀ ਉਹਦੇ 'ਚ ਵਿਨਰ ਹੋਊਗਾ ਉਹਨੂੰ ਇਨਾਮ ਦਿੱਤਾ ਜਾਵੇ। ਪਰ ਜਦੋਂ ਉਹਨਾਂ ਨੇ ਇਹਦੀ ਰਿਸਰਚ ਕੀਤੀ, ਪਤਾ ਕੀਤਾ, ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਗੁਰੂ ਨਾਨਕ ਫ੍ਰੀ ਕਿਚਨ ਇੱਕ ਇੱਦਾਂ ਦੀ ਟੀਮ ਹੈ ਜੋ ਇਸ ਟੀਮ ਵੱਲੋਂ ਚਲਾਈ ਜਾ ਰਹੀ ਹੈ। ਇਸ ਆਰਗੇਨਾਈਜੇਸ਼ਨ ਨੇ ਸਿਰਫ ਕੋਵਿਡ-19 'ਚ ਨਹੀਂ, ਪਰ ਉਸ ਤੋਂ ਪਹਿਲਾਂ ਵੀ ਪਿਛਲੇ 2 ਸਾਲਾਂ ਤੋਂ ਇਹ ਲੰਗਰ ਇੱਥੇ ਲਗਾਤਾਰ ਹਰ ਐਤਵਾਰ ਚਲਾਏ ਜਾਂਦੇ ਆ। 400 ਤੋਂ 500 ਪ੍ਰਾਣੀ ਇੱਥੇ ਹਰ ਐਤਵਾਰ ਪ੍ਰਸ਼ਾਦਾ ਛਕ ਕੇ ਜਾਂਦਾ ਹੈ। ਕੋਵਿਡ ਦੇ ਦਿਨਾਂ ਦੇ ਵਿੱਚ ਮੂਸਜੋ ਤੱਕ ਇਹ ਸੇਵਾ ਦਿੱਤੀ ਗਈ, ਸੁੱਕੀ ਰਸਤ ਵੀ ਪਹੁੰਚਾਈ ਗਈ ਤੇ ਹਾਈਵੇ ਤੇ ਜੋ ਟਰੱਕਰਸ ਚੱਲਦੇ ਸੀ ਉਹਨਾਂ ਤੱਕ ਵੀ ਰਾਸ਼ਨ ਪਹੁੰਚਾਇਆ ਗਿਆ। ਸੋ ਅੱਜ ਪੂਰਾ ਸਸਕੈਚੁਅਨ ਸਿੱਖ ਕਮਿਊਨਿਟੀ ਵਧਾਈ ਦੇ ਪਾਤਰ ਆ। ਇਹ $5000 ਦਾ ਇਨਾਮ ਜੋ ਹੈ ਇਹ ਗੁਰੂ ਨਾਨਕ ਫ੍ਰੀ ਕਿਚਨ ਨੂੰ ਕਨੈਕਸ ਵੱਲੋਂ ਦਿੱਤਾ ਗਿਆ ਹੈ। ਉਹਨਾਂ ਦੇ ਵੀ ਅਸੀਂ ਧੰਨਵਾਦੀ ਹਾਂ। We're here today to present a $5,000 check to Guru Nanak Kitchen for the amazing work they've been doing. We started a campaign called the Connexus Kindness Capital Fund to recognize all the amazing acts of kindness that we've seen from individuals and businesses across Saskatchewan in response to COVID-19. And really, the spirit of this campaign is just to recognize and reward all of the work that these businesses and individuals have been doing. I'd like to thank Connexus Credit Union for such a kind gesture. This thing really puts us over the top. The key thing is we didn't even apply for this grant or something. They got it done and all that. We are so thankful to people like Connexus Credit Union and Ashley who are doing this kind work for our humanity, you can say. This money, everything is going to go towards humanity. So we have no paid employees. We've been doing this for 2 years, and every week, whether it's -45 or -50 or +50, we are here already. So it took us a long time to get to this juncture right now, but you will not believe this thing is God sent to us. We strongly believe that we don't want to say, give us money. We're not asking for. You are the first commercial organization that's given us this honor. And just about my team, let's put it this way. During COVID, we served up to 1,200 people on a Sunday. Yeah. So it was crazy. Married people, they would come in the lineup and they said, no, we want to work here. We'd like to do that. I said, it's dangerous, including all these people are married people. And they said, no, that's okay. We will be there. I'll go to my family. My wife says, do you know it's dangerous? I said, listen, if God takes me for this good kindness, I don't have a problem. Our basic principle, just to let you know, is every hungry mouth is Lord's treasury. All human beings belong to one race.
and we do not promote our religion. We do not want anybody to convert to our religion. If you're a Christian, then be a Christian. If you're a Hindu, be a Hindu. If you're Buddhist, be a Buddhist. So we would like to do this. We are doing just for humanity. There's no other motive at all. ਫਿਲਹਾਲ ਸਮਾਂ ਹੋ ਗਿਆ ਹੈ ਇੱਕ ਛੋਟੀ ਜੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ NRI ਬੋਲਡ ਦੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਹੁਣ ਗੱਲ ਕਰਾਂਗੇ ਕੈਨੇਡਾ ਵਿੱਚ ਸਿਸਟਮਿਕ ਰੇਸਿਜ਼ਮ ਅਤੇ ਡਿਸਕ੍ਰਿਮੀਨੇਸ਼ਨ ਦੀ। ਬੀਤੇ ਕਈ ਦਿਨਾਂ ਤੋਂ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਪੁਲਿਸ ਵਿਭਾਗਾਂ ਦੇ ਵਿੱਚ ਸਿਸਟਮਿਕ ਰੇਸਿਜ਼ਮ ਅਤੇ ਡਿਸਕ੍ਰਿਮੀਨੇਸ਼ਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ। ਕੋਵਿਡ-19 ਦੇ ਦਿਨਾਂ ਦੌਰਾਨ ਵੀ ਲੋਕਾਂ ਵੱਲੋਂ ਪ੍ਰੋਟੈਸਟ ਕੀਤੇ ਗਏ ਅਤੇ ਰੇਸਿਜ਼ਮ ਨੂੰ ਖਤਮ ਕਰਨ ਅਤੇ ਇਨਸਾਫ ਦੀ ਮੰਗ ਕੀਤੀ ਗਈ। ਕੈਨੇਡਾ ਦੀਆਂ ਮਿਊਨਿਸਪੈਲਿਟੀਜ਼ ਵੱਲੋਂ ਹੁਣ ਪੁਲਿਸ ਬਜਟ ਨੂੰ ਰੀਇਵੈਲੂਏਟ ਕਰਨ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਇਸ ਸਭ ਨੂੰ ਵੇਖਦਿਆਂ ਅਤੇ ਕੈਲਗਰੀ ਪੁਲਿਸ ਸਰਵਿਸਿਜ਼ ਦੇ ਵਿੱਚ ਖਾਸ ਕਰਕੇ ਵਾਪਰੇ ਹਾਦਸਿਆਂ ਨੂੰ ਹਾਈਲਾਈਟ ਕਰਦਿਆਂ ਰੁਬਿੰਦਰ ਉੱਪਲ ਵੱਲੋਂ ਇੱਕ ਫਿਲਮ ਨੂੰ ਕੋ-ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ ਦਾ ਨਾਮ ਹੈ ਅਬਵ ਦ ਲਾਅ। ਰੁਬਿੰਦਰ ਉੱਪਲ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਤੁਹਾਨੂੰ ਵਿਖਾਉਂਦੇ ਹਾਂ ਇਸ ਫਿਲਮ ਦਾ ਟੀਜ਼ਰ। The police dropped me off here. This was minus 28 in frigid Calgary weather, and he just left him there with no regard at all for his safety. Growing up as a kid with my dad as a cop, they were my heroes. I couldn't believe that someone would be handled so aggressively when they're in handcuffs. And this same guy goes around and beat up somebody in handcuffs again after he did that to me. We do not have a just society if police can come to a wellness check, kick in a door, and shoot an unarmed man 4 times. Calgary is often the city that has more officer-involved shootings than any other city in Canada. They were flying under the radar with all of the misconduct happening within their ranks, but now they've been caught in very public ways. So the chickens have come home to roost for the Calgary Police Service. ਸਤਿ ਸ਼੍ਰੀ ਅਕਾਲ ਰੁਬਿੰਦਰ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PTC ਪੰਜਾਬੀ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਰੁਬਿੰਦਰ ਜੀ, ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਫਿਲਮ ਦਾ ਇਸ ਡਾਕੂਮੈਂਟਰੀ ਫਿਲਮ ਦਾ ਟੀਜ਼ਰ ਵਿਖਾਇਆ ਹੈ ਐਂਡ ਆਈ ਥਿੰਕ ਇਟ ਗਿਵਸ ਅ ਕਲੀਅਰ ਪਿਕਚਰ ਆਫ ਦੀ ਐਕਸੈਸਿਵ ਵਾਇਲੈਂਸ ਬਾਈ ਦ ਕੈਲਗਰੀ ਪੁਲਿਸ ਡਿਪਾਰਟਮੈਂਟ। ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ, ਤੁਸੀਂ ਜ਼ਿਕਰ ਕੀਤਾ ਹੈਗਾ ਕਿ ਇਸ ਫਿਲਮ ਦੇ ਵਿੱਚ 3 ਇੰਪੋਰਟੈਂਟ ਕੇਸਿਸ ਸ਼ਾਮਿਲ ਕੀਤੇ ਗਏ ਨੇ। ਸਭ ਤੋਂ ਪਹਿਲਾਂ ਉਹਨਾਂ ਕੇਸਿਸ ਬਾਰੇ ਜਾਣਨਾ ਚਾਹਾਂਗੇ। ਅੱਛਾ ਜੀ, ਸਾਡੇ ਹਾਂਜੀ ਜਿਵੇਂ ਤੁਸੀਂ ਕਿਹਾ 3 ਕੇਸਿਸ ਨੇ। ਸਾਨੂੰ ਇਹ ਕੇਸਾਂ ਦਾ ਪਹਿਲਾਂ ਤਾਂ ਪਤਾ ਲੱਗਿਆ ਸੀ, ਜਿਹੜਾ ਮੁੰਡਾ ਗਾਨਾ ਤੋਂ ਆਇਆ, ਅਫਰੀਕਾ ਤੋਂ, ਉਹ ਮੁੰਡੇ ਦਾ ਨਾਮ ਗੌਡਫ੍ਰਿਡ ਅਡਾਈ ਨਮੀਚੇ ਹੈ। ਅਤੇ ਜਦੋਂ ਉਹ ਇੰਸੀਡੈਂਟ ਹੋਇਆ ਉਹ 27 ਸਾਲ ਦਾ ਸੀ ਅਤੇ ਪੁਲਿਸ ਵਾਲਿਆਂ ਨੇ ਉਹਨੂੰ ਵੈਨ ਵਿੱਚ ਪਾ ਕੇ ਡਾਊਨਟਾਊਨ ਲੈ ਕੇ, ਜਿੱਥੇ ਖਾਲੀ ਜਗ੍ਹਾ ਸੀ, -28 ਵਿੰਡ ਚਿਲ ਵਿੱਚ ਉੱਥੇ ਇਕੱਲਾ ਛੱਡਤਾ। ਉਹਨੇ ਕੋਈ ਵਿੰਟਰ ਜੈਕਟ, ਕੋਈ ਹੈਵੀ ਕੋਟ ਨਹੀਂ ਪਾਇਆ ਸੀ, ਕੋਈ ਉਹਦੇ ਟੋਪੀ ਨਹੀਂ ਸੀ, ਬਸ ਉਹ ਟਰੈਕ ਸੂਟ ਪਾਇਆ ਹੋਇਆ ਸੀ। ਉਹਨੇ ਹਲਕਾ ਟਰੈਕ ਸੂਟ ਪਾਇਆ ਸੀ ਅਤੇ ਉਹਨੂੰ ਉੱਥੇ ਛੱਡ ਗਏ। ਅਤੇ ਜਦੋਂ ਉਹਨੇ ਉਲਟਾ ਫੋਨ ਕੀਤਾ ਵੀ ਪੁਲਿਸ ਵਾਲਿਆਂ ਨੂੰ ਵੀ ਮੈਨੂੰ ਮਦਦ ਦੀ ਲੋੜ ਆ, ਮੈਨੂੰ ਇੱਥੇ ਛੱਡਿਆ ਗਿਆ, ਮੈਨੂੰ ਠੰਡ ਲੱਗ ਰਹੀ ਹੈ, ਮੈਨੂੰ ਫਿਕਰ ਆ ਵੀ ਮੈਂ ਮਰ ਜਾਵਾਂਗਾ। ਦੂਜਾ ਪੁਲਿਸ ਵਾਲਾ ਆਇਆ, ਉਹ ਬੰਦੇ ਦਾ ਨਾਮ ਸੀ ਕਾਂਸਟੇਬਲ ਟਰੈਵਰ ਲਿੰਜ਼ੀ, ਅਤੇ ਉਸ ਬੰਦੇ ਨੇ ਗੌਡਫ੍ਰਿਡ ਨੂੰ ਨਾਲੇ ਤਾਂ ਟੇਜ਼ਰ ਲਾਇਆ, ਨਾਲੇ ਉਹਨੂੰ ਕੁੱਟਿਆ, ਨਾਲੇ ਘੜੀਸਿਆ ਉਹ ਸਨੋ ਵਿੱਚ। ਅਤੇ ਉਹ ਤੋਂ ਬਾਅਦ ਉਸ 'ਤੇ ਚਾਰਜ ਲਾਤਾ ਵੀ ਤੂੰ ਪੁਲਿਸ ਅਫਸਰ ਨੂੰ ਕੋਈ ਜੈਸਚਰ ਕੀਤਾ ਸੀ, ਵੀ ਛਾਤੀ ਫੈਲਾਈ ਸੀ ਜਾਂ ਕੋਈ ਹੱਥ ਐਂ ਮੁੱਕਾ ਬਣਾਇਆ ਸੀ। ਕੁੱਟਿਆ ਨਹੀਂ ਕਿਸੇ ਪੁਲਿਸ ਅਫਸਰ ਨੂੰ, ਪਰ ਤੂੰ ਜੈਸਚਰ ਕੀਤਾ ਸੀ, ਸੋ ਅਸੀਂ ਤੈਨੂੰ ਅਸਲਟ ਚਾਰਜ ਲਾਵਾਂਗੇ। ਅਤੇ ਨਾਲੇ ਪ੍ਰੋਸੀਕਿਊਟਰਸ ਨੇ ਵੀ ਉਹ ਵੀਡੀਓ ਦੇਖ ਕੇ ਵੀ ਇਸ ਪੂਰੇ ਹਾਦਸੇ ਦੀ ਵੀਡੀਓ ਬਣਾਈ ਗਈ ਕੈਲਗਰੀ ਦੇ ਪੁਲਿਸ ਹੈਲੀਕਾਪਟਰ ਨਾਲ। ਅਤੇ ਜਦੋਂ ਅਲਬਰਟਾ ਕਰਾਊਨ ਪ੍ਰੋਸੀਕਿਊਟਰਸ ਨੇ ਉਹ ਵੀਡੀਓ ਵੀ ਦੇਖੀ, ਉਹਨਾਂ ਨੇ ਡਿਸੀਜ਼ਨ ਬਣਾਈ ਵੀ ਅਸੀਂ ਇਸ ਗੌਡਫ੍ਰਿਡ ਨੂੰ ਇਹਨੂੰ ਚਾਰਜ ਲਾਵਾਂਗੇ, ਪੁਲਿਸ ਵਾਲੇ ਨੂੰ ਨਹੀਂ। ਅਤੇ ਨਾਲੇ ਉਹਨਾਂ ਨੇ ਪੂਰਾ ਕੇਸ ਟਰਾਇਲ 'ਤੇ ਵੀ ਲੈ ਕੇ ਗਏ ਅਤੇ ਸਾਨੂੰ ਉਸ ਟਰਾਇਲ ਦਾ ਪਤਾ ਲੱਗਿਆ, ਉਸ ਟਰਾਇਲ ਟਰਾਂਸਕ੍ਰਿਪਟ ਜਦੋਂ ਅਸੀਂ ਦੇਖਿਆ ਤਾਂ ਸਾਨੂੰ ਪਤਾ ਲੱਗਿਆ ਵੀ ਇਸ ਪ੍ਰੋਬਲਮ ਬਹੁਤ ਵੱਡੀ ਆ, ਇਹ ਕੇਸ ਬਹੁਤ ਸੀਰੀਅਸ ਆ। ਅਤੇ ਨਾਲੇ ਕੈਲਗਰੀ ਪੁਲਿਸ ਨੇ ਇਸ ਕੇਸ ਨੂੰ ਸੀਰੀਅਸਲੀ ਨਹੀਂ ਲਿਆ ਅਤੇ ਜਿਹੜੀ ਗੌਡਫ੍ਰਿਡ ਦੀ ਕੰਪਲੇਂਟ ਸੀ ਉਹ ਨਹੀਂ ਮੰਨੀ। ਸੋ ਗੌਡਫ੍ਰਿਡ ਨੂੰ ਉਹਨਾਂ ਨੇ ਅਸਲਟ ਚਾਰਜ ਲਾਇਆ ਅਤੇ ਜਿਹੜਾ ਜੱਜ ਸੀ ਉਹਨੇ ਇਹ ਗੱਲ ਸੁਣੀ ਵੀ
ਨਾਲੇ ਤਾਂ ਬੰਦੇ ਨੂੰ ਤੁਸੀਂ ਇਕੱਲਾ ਛੱਡਿਆ ਉੱਥੇ ਠੰਡ 'ਚ, ਨਾਲੇ ਕੁੱਟਮਾਰ ਕੀਤੀ, ਨਾਲੇ ਇਹ ਸਾਰਾ ਕੁਝ ਵੀਡੀਓ ਤੇ ਕੈਪਚਰ ਹੋਇਆ, ਉਲਟਾ ਤੁਸੀਂ ਇਸ ਤੇ ਚਾਰਜ ਲਾਇਆ ਤੇ ਉਹਨੂੰ ਫਿਰ ਆਜ਼ਾਦੀ ਦੇ ਗਈ ਤੇ ਉਹਨੂੰ ਅਕਵਿਟ ਕਰਤਾ ਉਹਨਾਂ ਨੇ, ਜੱਜ ਨੇ। ਪਰ ਹਜੇ ਤੱਕ ਪੁਲਿਸ ਵਾਲਿਆਂ ਨੇ ਕੁਛ ਉਸ ਕੰਪਲੇਂਟ ਦਾ ਕੋਈ ਰੈਜ਼ੋਲੂਸ਼ਨ ਨਹੀਂ ਹੋਈ ਤੇ 6.5 ਸਾਲ ਹੋ ਗਏ ਨੇ ਤੇ ਗॉडफ्रेड ਦੀ ਕੰਪਲੇਂਟ ਚੰਗੀ ਤਰ੍ਹਾਂ ਰਿਜ਼ੋਲਵ ਉਹਨਾਂ ਨੇ ਨਹੀਂ ਕੀਤੀ ਹਜੇ ਤੱਕ। ਜੀ ਸੋ ਇਹ ਪਹਿਲਾ ਜੀ ਕੇਸ ਆ। ਮੈਂ ਦੂਜਾ ਕੇਸ ਦੱਸਾਂ? ਜੀ ਹਾਂਜੀ, ਸੋ ਗॉडफ्रेड ਨਾਲ ਇਹ ਹੋਇਆ, ਕਾਂਸਟੇਬਲ ਟ੍ਰੈਵਰ ਲਿੰਡਜ਼ੀ ਨੇ ਗॉडफ्रेड ਨੂੰ ਕੁੱਟਿਆ ਤੇ ਪੁਲਿਸ ਵਾਲਿਆਂ ਨੇ ਉਸ ਕੰਪਲੇਂਟ ਬਾਰੇ ਕੁਝ ਨਹੀਂ ਕੀਤਾ ਤੇ 1.5 ਸਾਲ ਬਾਅਦ ਉਸ ਅਫਸਰ ਨੇ ਫਿਰ ਇੱਕ ਬੰਦੇ ਨੂੰ ਹੱਥਕੜੀਆਂ ਲਾ ਕੇ, ਇੱਕ ਬੰਦਾ ਸੀ ਡੈਨੀਅਲ ਹਾਵਰਥ, ਉਸ ਜੀ ਬੰਦੇ ਨੂੰ ਹੱਥਕੜੀਆਂ ਲਾ ਕੇ ਫਿਰ ਕੁੱਟਿਆ ਤੇ So it was the ਉਹ same ਵੀ ਫਿਰ constable. ਕੈਪਚਰ ਹੋਇਆ ਵੀਡੀਓ ਤੇ। ਸੌਰੀ, ਗੋ ਹੈਡ। ਇਟ ਵਾਸ ਦ ਸੇਮ ਕਨਸਟੇਬਲ। ਸੇਮ ਕਾਂਸਟੇਬਲ, ਹਾਂਜੀ। ਸੋ ਜੇ ਇੱਥੇ ਪ੍ਰੋਬਲਮ ਆ ਜਾਂਦੀ ਹੈ ਵੀ ਜੇ ਤੁਸੀਂ ਲੋਕਾਂ ਦੀ ਕੰਪਲੇਂਟਾਂ ਸੀਰੀਅਸਲੀ ਨਹੀਂ ਲੈਂਦੇ ਤੇ ਤੁਹਾਡਾ ਕੋਈ ਮੈਕੈਨਿਜ਼ਮ ਹੈ ਨਹੀਂਗਾ ਵੀ ਅਸੀਂ ਲੋਕਾਂ ਦੀ ਕੰਪਲੇਂਟ ਲੈ ਕੇ ਇਸ ਤੇ ਕੁਝ ਐਕਸ਼ਨ ਕਰੀਏ ਜਾਂ ਅਫਸਰਾਂ ਨੂੰ ਸਜ਼ਾ ਦਈਏ। ਤੁਸੀਂ ਜੇ ਸੀਰੀਅਸਲੀ ਨਹੀਂ ਲੈਂਦੇ ਕੰਪਲੇਂਟ ਤਾਂ ਐ ਹੁੰਦਾ, ਫਿਰ ਉਹ ਅਫਸਰ ਜਾ ਕੇ ਫਿਰ ਉਹ ਜੀ ਫੋਰਸ ਯੂਜ਼ ਕਰਦੇ ਨੇ ਤੇ ਉਸ ਬੰਦੇ ਨੂੰ, ਡੈਨੀਅਲ ਹਾਵਰਥ ਨੂੰ, ਉਹਦਾ ਸਕਲ ਫ੍ਰੈਕਚਰ ਹੋਇਆ ਤੇ ਪਰਮਨੈਂਟ ਬ੍ਰੇਨ ਇੰਜਰੀ ਹੋਈ। ਸੋ ਉਹਦੀ ਯਾਦਾਸ਼ਤ ਬਿਲਕੁਲ ਉਸ ਦਿਨ ਤੋਂ ਬਾਅਦ ਖਰਾਬ ਸੀ ਤੇ ਉਹਨੂੰ ਕੁਝ ਯਾਦ ਨਹੀਂ ਰੱਖਦਾ ਸੀ, ਉਹ ਕੁਝ ਯਾਦ ਨਹੀਂ ਰੱਖ ਸਕਦਾ ਸੀ 5 ਮਿੰਟ, ਦੈਟਸ ਇਟ, ਔਰ ਉਹਨੂੰ ਕੁਝ ਯਾਦ ਨਹੀਂ ਰਹਿੰਦਾ ਸੀ। ਸੋ ਉਹ ਪਰਮਨੈਂਟ ਬ੍ਰੇਨ ਇੰਜਰੀ ਉਸ ਬੰਦੇ ਨੂੰ ਮਿਲੀ ਤਾਂ ਕਿ ਕੈਲਗਰੀ ਪੁਲਿਸ ਨੇ ਉਸ ਅਫਸਰ ਦੇ ਬਾਰੇ ਕੁਝ ਕੀਤਾ ਨਹੀਂ। ਸੋ ਇਹਨੂੰ ਕਹਿੰਦੇ ਆਪਾਂ ਅਕਾਊਂਟੇਬਿਲਿਟੀ, ਵੀ ਜਦੋਂ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਕਿਸੇ ਅਫਸਰ ਨਾਲ, ਯੂ ਹੈਵ ਟੂ ਹੋਲਡ them ਟੂ ਅਕਾਊਂਟ। ਉਹਨਾਂ ਨੂੰ ਸਜ਼ਾ ਦੇਣੀ ਪੈਂਦੀ ਆ। ਤੁਸੀਂ ਸੀਰੀਅਸ ਲਓ ਜਦੋਂ ਲੋਕੀ ਕੰਪਲੇਂਟ ਕਰਦੇ ਆ ਤੇ ਐ ਨਹੀਂ ਵੀ ਪੁਲਿਸ ਅਫਸਰਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ, ਜਿੰਨਾ ਵੀ ਫੋਰਸ ਉਹ ਯੂਜ਼ ਕਰਨਾ ਚਾਹੁੰਦੇ ਆ ਉਹ ਯੂਜ਼ ਕਰ ਸਕਦੇ ਆ। ਐ ਕੰਮ ਨਹੀਂ ਚੱਲਦਾ। ਤੇ ਆਖਰੀ ਕੇਸ ਵੀ ਬਹੁਤ ਸੀਰੀਅਸ ਆ ਤੇ ਮੈਨੂੰ ਯਾਦ ਦਿਲਾਉਂਦਾ ਵੀ ਜਿਹੜਾ ਇਜਾਜ਼ ਚੌਧਰੀ ਵੀ ਕੇਸ ਆ, ਵੈਰੀ ਸਿਮਿਲਰ ਕੇਸ ਆ। ਇੱਕ 2015 ਵਿੱਚ ਇੱਕ ਫਿਰ ਮੁੰਡਾ ਸੀ 27 ਸਾਲਾਂ ਦਾ, ਉਹਦਾ ਨਾਮ ਐਂਥਨੀ ਹੈਫਰ ਨੇ। ਉਹ ਹੋਟਲ ਰੂਮ ਵਿੱਚ ਸੀ, ਉਹਨੇ ਡਰੱਗ ਲਈ ਹੋਈ ਸੀ ਤੇ ਉੱਥੇ 5 ਪੁਲਿਸ ਵਾਲਿਆਂ ਨੇ ਉਹਦਾ ਦਰਵਾਜ਼ਾ ਭੰਨਤਾ, ਅੰਦਰ ਚਲੇ ਗਏ ਤੇ 72 ਸੈਕਿੰਡਸ ਵਿੱਚ ਉਹਨਾਂ ਨੇ ਉਹਨੂੰ 4 ਵਾਰੀ ਗੋਲੀ ਮਾਰਤੀ। ਸਿਰਫ ਇੱਕ ਅਫਸਰ ਨੇ ਉਹਨੂੰ 4 ਵਾਰੀ ਗੋਲੀ ਮਾਰਤੀ। ਸੋ ਆਪਾਂ ਪੁੱਛੀਏ ਵੀ ਜਦੋਂ ਕੋਈ ਹੋਟਲ ਰੂਮ ਵਿੱਚ ਬੰਦ ਆ, ਉਹ ਕਿਸੇ ਹੋਰ ਨੂੰ ਖਤਰਾ ਨਹੀਂਗਾ, ਤੁਸੀਂ ਉਹਨੂੰ ਇੰਨੀ ਫੋਰਸ ਨਾਲ ਕਿਵੇਂ ਰਿਸਪੌਂਡ ਕਰ ਸਕਦੇ ਹੋ ਜਦੋਂ ਕਿਸੇ ਹੋਰ ਨੂੰ ਖਤਰਾ ਨਹੀਂਗਾ, ਉਹ ਇਕੱਲਾ ਚੁੱਪ-ਚਾਪ ਹੋਟਲ ਰੂਮ ਵਿੱਚ ਆ। ਜਿੰਨਾ ਵੀ ਗਲਤ ਆ ਤੁਸੀਂ ਉਹਨੂੰ ਕਿਸੇ ਹੋਰ ਤਰ੍ਹਾਂ ਡੀਲ ਕਰੋ, ਰਾਈਟ? ਗੋਲੀ ਮਾਰਨ ਦੀ ਕੀ ਲੋੜ ਆ? ਤੇ ਹਜੇ ਤੱਕ ਉਹ ਅਫਸਰਾਂ ਨੂੰ ਵੀ ਕੋਈ ਚਾਰਜ ਨਹੀਂ ਲੱਗਿਆ। ਉਹ ਫੈਮਿਲੀ ਇਨਸਾਫ ਵਾਸਤੇ ਉਡੀਕ ਕਰੀ ਜਾਂਦੇ ਨੇ, ਹੈਫਰਨਨ ਫੈਮਿਲੀ। ਉਹ ਵੀ ਉਹਨਾਂ ਦੀ ਵੀ ਕਹਾਣੀ ਫਿਲਮ ਵਿੱਚ ਪੂਰੀ ਅਸੀਂ ਦੱਸੀ ਹੈ। ਜੀ ਰੁਪਿੰਦਰ ਜੀ, ਮੇਰਾ ਅਗਲਾ ਸਵਾਲ ਇਹੀ ਸੀਗਾ ਕਿ ਕੀ ਅਪਡੇਟ ਹੈਗਾ ਕੇਸਿਸ ਦਾ? ਹਾਲਾਂਕਿ ਤੁਸੀਂ ਇਹਦਾ ਜਵਾਬ ਦੇ ਚੁੱਕੇ ਹੋ, ਲੇਕਿਨ ਅਸੀਂ ਜਾਣਨਾ ਚਾਹਾਂਗੇ ਕਿ ਫਿਲਮ ਜਦੋਂ ਤੁਸੀਂ ਬਣਾ ਰਹੇ ਸੀਗੇ ਕਿ ਉਦੋਂ ਤੁਸੀਂ ਵਿਕਟਿਮਸ ਨਾਲ ਮੁਲਾਕਾਤ ਕੀਤੀ? ਹਾਂਜੀ, ਸੋ ਸ਼ੁਰੂਆਤ ਹੋਈ ਗॉडफ्रेड ਦੇ ਨਾਲ। ਜਦੋਂ ਅਸੀਂ ਉਹਦੇ ਨਾਲ ਗੱਲਾਂ ਕਰਨ ਲੱਗ ਗਏ, ਸਾਨੂੰ ਪਤਾ ਲੱਗਿਆ ਵੀ ਇੱਥੇ ਫਿਲਮ ਹੈਗੀ ਆ ਤੇ ਨਾਲੇ ਸਾਨੂੰ ਇਹ ਕਹਾਣੀ ਦੱਸਣੀ ਚਾਹੀਦੀ ਆ। ਤੇ ਜਦੋਂ ਗॉडफ्रेड ਤੋਂ ਬਾਅਦ ਅਸੀਂ ਹੈਫਰਨਨ ਫੈਮਿਲੀ ਨਾਲ ਵੀ ਮਿਲੇ, ਐਂਥਨੀ ਹੈਫਰਨਨ ਦੇ ਮਾਂ-ਪਿਓ ਪੈਟਰਿਕ ਤੇ ਆਇਰੀਨ, ਅਸੀਂ ਉਹਨਾਂ ਨਾਲ ਬਹੁਤ ਗੱਲਾਂ ਕੀਤੀਆਂ ਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਵੀ ਕਹਾਣੀ, ਇਹ ਲੋਕੀ ਲੜ ਰਹੇ ਆ ਜਸਟਿਸ ਵਾਸਤੇ, ਇਨਸਾਫ ਵਾਸਤੇ। ਤੇ ਜਿਹੜਾ ਡੈਨੀਅਲ ਹਾਵਰਥ ਆ, ਉਹ ਮਰ ਚੁੱਕਾ। ਉਹ ਓਵਰਡੋਸ ਤੋਂ ਮਰ ਗਿਆ ਸੀ ਉਸ ਇਨਸੀਡੈਂਟ ਤੋਂ ਬਾਅਦ। ਪਰ ਉਹਦਾ ਭਰਾ ਕੈਲਗਰੀ ਵਿੱਚ ਰਹਿੰਦਾ ਤੇ ਅਸੀਂ ਉਹਦੇ ਨਾਲ ਕਈ ਗੱਲਾਂ ਕੀਤੀਆਂ ਤੇ ਉਹਦੀ ਇੰਟਰਵਿਊ ਵੀ ਫਿਲਮ ਵਿੱਚ ਹੈਗੀ ਆ। ਹਾਂਜੀ ਜੀ, ਐਂਡ ਆਮ ਪ੍ਰੀਟੀ ਸ਼ੋਰ ਕਿ ਤੁਹਾਨੂੰ ਇੱਕ ਰੀਸੈਂਟ ਕੇਸ ਬਾਰੇ ਵੀ ਪਤਾ ਹੋਏਗਾ। ਸਸਕੈਟੂਨ ਦੇ ਵਿੱਚ ਵੀ ਇੱਕ ਅਜਿਹਾ ਮਾਮਲਾ ਆਇਆ ਜਿਹਦੇ ਵਿੱਚ ਪੁਲਿਸ ਇੱਕ ਇੰਡੀਜੀਨਸ ਮੈਨ ਦੇ ਨਾਲ ਤਸ਼ੱਦਦ ਕਰ ਰਹੀ ਹੈਗੀ ਹੈ। ਰੁਪਿੰਦਰ ਜੀ, ਜਾਣਨਾ ਚਾਹਾਂਗੇ, ਆਮ ਪ੍ਰੀਟੀ ਸ਼ੋਰ ਕਿ ਇਹ ਤੇ ਉਹ ਕੇਸਿਸ ਹੈਗੇ ਨੇ ਜਿਹੜੇ ਰਿਪੋਰਟ ਹੋਏ ਨੇ। ਕਈ ਕੇਸਿਸ ਅਜਿਹੇ ਹੋਣਗੇ ਜਿਹੜੇ ਰਿਪੋਰਟ ਨਹੀਂ ਹੁੰਦੇ ਕਿਉਂਕਿ ਹਲੇ ਵੀ ਲੋਕੀ ਕਾਫੀ ਡਰਦੇ ਨੇ। ਐਂਡ ਆਮ ਪ੍ਰੀਟੀ ਸ਼ੋਰ ਕਿ ਕਈ ਕੈਨੇਡੀਅਨਸ ਨੂੰ ਨਹੀਂ ਪਤਾ ਹੋਏਗਾ ਕਿ ਜੇਕਰ ਉਹ ਪੁਲਿਸ ਵਿਭਾਗ ਦੇ ਖਿਲਾਫ ਜਾਂ ਫਿਰ ਪੁਲਿਸ ਆਫਿਸਰ ਦੇ ਖਿਲਾਫ ਆਵਾਜ਼ ਉਠਾਉਂਦੇ ਨੇ, ਉਹਨਾਂ ਦੇ ਵਿਰੁੱਧ ਜਾਂਦੇ ਹਨ ਤੇ ਉਹਨਾਂ ਦੇ ਜਿਹੜੇ ਰਾਈਟਸ ਹਨ, ਉਹਨਾਂ ਦੇ ਜਿਹੜੇ ਅਧਿਕਾਰ ਹੈਗੇ ਨੇ, ਉਹ ਕਿੰਨੇ ਪ੍ਰੀਕੈਰੀਅਸ ਹੈਗੇ ਨੇ, ਕਿੰਨੇ ਨਿਰਪੱਖ ਹੈਗੇ ਹਨ? ਹਾਂਜੀ, ਇਹ ਸੱਚ ਗੱਲ ਆ। ਤਾਂ ਕਿ ਕੰਪਲੇਂਟ ਪ੍ਰੋਸੈਸ ਬਹੁਤ ਔਖਾ, ਨਾਲੇ ਤਾਂ ਬਹੁਤ ਜੇ ਤੁਸੀਂ ਅੰਗਰੇਜ਼ੀ ਨਹੀਂ ਜਾਣਦੇ ਤੇ ਜੇ ਤੁਹਾਨੂੰ ਡਰ ਆ ਵੀ ਪੁਲਿਸ ਵਾਲੇ ਮੇਰੇ ਨਾਲ ਕੀ ਕਰਨਗੇ, ਇਟ ਕੈਨ ਬੀ ਵੈਰੀ ਹਾਰਡ। ਤੇ ਜੇ ਉਹ ਪੁਲਿਸ ਅਫਸਰ ਕੰਪਲੇਂਟ ਪ੍ਰੋਸੈਸ ਚੰਗੀ ਤਰ੍ਹਾਂ ਹੈਂਡਲ ਨਹੀਂ ਕਰਦੇ
ਤਾਂ ਲੋਕੀ ਵਿਸ਼ਵਾਸ ਕਿਵੇਂ ਕਰਨ ਵੀ ਇਹ ਸਾਡੀ ਰੱਖਿਆ ਕਰਨਗੇ ਪੁਲਿਸ ਵਾਲੇ। ਜੇ ਤੁਸੀਂ ਇਹ ਕੰਪਲੇਂਟ ਪ੍ਰੋਸੈਸ ਸੀਰੀਅਸ ਨਹੀਂ ਲੈਂਦੇ ਤਾਂ ਸਾਨੂੰ ਪਬਲਿਕ ਨੂੰ ਕਿਵੇਂ ਪਤਾ ਲੱਗਦਾ ਵੀ ਅਸੀਂ ਤੁਹਾਡਾ ਵਿਸ਼ਵਾਸ ਕਰ ਸਕਦੇ ਹਾਂ। ਤਾਂ ਕਿ ਆਫਟਰ ਆਲ ਪੁਲਿਸ ਵਾਲੇ ਅਸੀਂ ਉਹਨਾਂ ਦੇ ਬਜਟ ਦਿੰਦੇ ਹਾਂ। ਅਸੀਂ ਜਦੋਂ ਟੈਕਸ ਪੇ ਕਰਦੇ ਹਾਂ ਆਪਣੇ ਮਿਊਨਿਸਪਲ ਟੈਕਸਿਸ, ਫੈਡਰਲ ਟੈਕਸਿਸ, ਪੁਲਿਸ ਵਾਲਿਆਂ ਨੂੰ ਸਾਰੇ ਬਜਟ ਉਸ ਤੋਂ ਮਿਲਦੇ ਆ। ਉਹ ਸਾਡੇ ਵਾਸਤੇ ਕੰਮ ਕਰਦੇ ਆ। ਉਹਨਾਂ ਨੇ ਸਹੁੰ ਖਾਧੀ ਹੋਈ ਆ, ਹਰ ਪੁਲਿਸ ਵਾਲਿਆਂ ਨੇ ਕੈਨੇਡਾ ਵਿੱਚ ਸਹੁੰ ਖਾਧੀ ਆ ਵੀ ਉਹ ਸਾਡੇ ਰਾਈਟਸ ਤੇ ਜਿਹੜੇ ਕੈਨੇਡਾ ਦਾ ਲਾਅ ਆ ਉਹਨੂੰ ਅਪਹੋਲਡ ਕਰਨਗੇ। ਸੋ ਜਦੋਂ ਉਹ ਨਹੀਂ ਕਰਦੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ, ਰਾਈਟ? ਤੇ ਜੇ ਸਾਨੂੰ ਵੀ ਕੰਪਲੇਂਟ ਦਾ ਹੱਕ ਹੈ। ਜੇ ਸਾਨੂੰ ਕੋਈ ਰਫ ਹੈਂਡਲਿੰਗ ਕੀਤੀ ਹੈ ਕਿਸੇ ਨੇ ਜਾਂ ਕਿਸੇ ਨੇ ਸਾਨੂੰ ਕੁੱਟਿਆ ਮਾਰਿਆ, ਕੰਪਲੇਂਟ ਦਾ ਪ੍ਰੋਸੈਸ ਹੋਣਾ ਚਾਹੀਦਾ ਵੀ ਜਿਹੜੇ ਗਲਤ ਲੋਕੀ ਹੈ ਉਹਨਾਂ ਨੂੰ ਡੀਲ ਕਰਨਾ ਪੈਂਦਾ। ਜੇ ਟੀਚਰ ਕੋਈ ਗਲਤ ਕੰਮ ਕਰਦਾ ਜਾਂ ਨਰਸ ਕੋਈ ਗਲਤ ਕੰਮ ਕਰਦੀ ਆ, ਅਸੀਂ ਉਹਨਾਂ ਬਾਰੇ ਕੰਪਲੇਂਟ ਲਾ ਸਕਦੇ ਹਾਂ ਤੇ ਸਾਨੂੰ ਡਰ ਨਹੀਂ ਲੱਗਦਾ। ਪਰ ਜਦੋਂ ਪੁਲਿਸ ਵਾਲਿਆਂ ਤੇ ਹੱਥ ਆ ਜਾਂਦਾ ਤਾਂ ਸਾਨੂੰ ਡਰ ਲੱਗਦਾ। ਤੇ ਇਹ ਕਿਉਂ ਆ? ਸਾਨੂੰ ਸੋਚਣਾ ਚਾਹੀਦਾ ਵੀ ਆਪਣੀ ਸੋਸਾਇਟੀ ਵਿੱਚ ਸਾਨੂੰ ਇਹ ਡਰ ਦਾ ਰਿਲੇਸ਼ਨਸ਼ਿਪ ਚੰਗਾ ਨਹੀਂ ਗਾ, ਖਾਸ ਕਰਕੇ ਐਥਨਿਕ ਕਮਿਊਨਿਟੀਜ਼ ਨਾਲ। ਤੇ ਜਿਹੜੇ ਬਲੈਕ ਤੇ ਇੰਡੀਜਨਸ ਪੀਪਲ ਵੀ ਹੈਗੇ ਆ ਉਹਨਾਂ ਨੂੰ ਜ਼ਿਆਦਾ ਪੁਲਿਸ ਕਰਿਆ ਜਾਂਦਾ। ਇਹ ਸਟੈਟਿਸਟਿਕਸ ਬੈਕਅਪ ਕਰਦੇ ਆ ਵੀ ਜ਼ਿਆਦਾ ਸਾਨੂੰ ਇੰਟਰੈਕਸ਼ਨ ਹੁੰਦੀ ਹੈ ਪੁਲਿਸ ਨਾਲ ਤੇ ਲੋ ਇਨਕਮ ਲੋਕਾਂ ਨਾਲ। ਸੋ ਇਟਸ ਇੰਪੋਰਟੈਂਟ ਵੀ ਅਸੀਂ ਸਾਰੇ ਆਪਣਾ ਹੱਕ ਦੇਖੀਏ ਵੀ ਕੈਨੇਡਾ ਦੇ ਲਾਅ ਕਿਵੇਂ ਆ, ਤੇ ਅਸੀਂ ਸਾਰੇ ਪੁਲਿਸ ਵਾਲੇ ਵੀ ਤੇ ਅਸੀਂ ਵੀ ਸਾਰੇ ਇਕੁਅਲ ਹੋਣੇ ਚਾਹੀਦੇ ਆ ਇਸ ਕਾਨੂੰਨ ਦੇ ਸਾਹਮਣੇ। ਪੁਲਿਸ ਵਾਲੇ ਸਾਡੇ ਨਾਲ ਉੱਚੇ ਨਹੀਂ ਹੋਣੇ ਚਾਹੀਦੇ। ਦੇ ਸ਼ੁਡਨਟ ਬੀ ਅਬਵ ਦ ਲਾਅ। ਐਬਸੋਲੂਟਲੀ। ਰਵਿੰਦਰ ਜੀ, ਜਿਸ ਤਰ੍ਹਾਂ ਇਹ ਟੌਪਿਕ ਬੜਾ ਸੈਂਸਿਟਿਵ ਹੈਗਾ, ਤੁਹਾਡੇ ਤੋਂ ਜਾਣਨਾ ਚਾਹਾਂਗੇ ਵਾਈ ਯੂ ਚੋਜ਼ ਟੂ ਐਕਸਪੋਜ਼ ਦ ਕ੍ਰਿਟੀਕਲ ਫਲॉज ਇਨ ਪੁਲਿਸਿੰਗ। ਜੀ ਮੈਂ ਤੇ ਮੇਰਾ ਦੋਸਤ ਮਾਰਕ, ਅਸੀਂ ਦੋਨੇ ਕੈਲਗਰੀ ਵਿੱਚ ਜੰਮੇ ਪਲੇ ਹਾਂ ਤੇ ਅਸੀਂ ਕੈਲਗਰੀ ਨੂੰ ਆਪਣਾ ਹੋਮ ਟਾਊਨ ਸਮਝਦੇ ਹਾਂ ਤੇ ਸਾਡੀ ਫੈਮਲੀਆਂ ਹਜੇ ਉੱਥੇ ਰਹਿੰਦੀਆਂ ਨੇ। ਤੇ ਸਾਡੇ ਵਾਸਤੇ ਨਾਲੇ ਤਾਂ ਪਰਸਨਲ ਇਸ਼ੂ ਆ ਵੀ ਇਹ ਸਾਡੇ ਸ਼ਹਿਰ ਵਿੱਚ ਕਿਉਂ ਹੋ ਰਿਹਾ ਸੀ, ਅਸੀਂ ਇਹ ਸੋਚ ਰਹੇ ਸੀ। ਤੇ ਨਾਲੇ ਹੁਣ ਦੇਖ ਰਹੇ ਹਾਂ ਅਸੀਂ ਵੀ ਇੱਕ ਜਗ੍ਹਾ ਵਿੱਚ ਨਹੀਂ ਹੋ ਰਹੀ ਇਹ ਗੱਲ, ਇਹ ਪੂਰੇ ਕੈਨੇਡਾ ਵਿੱਚ ਹੋ ਰਹੀ ਆ। ਤੇ ਸਾਡੀ ਇੱਛਾ ਵੀ ਅਸੀਂ ਆਮ ਕੈਨੇਡੀਅਨ ਨੂੰ ਦਿਖਾਈਏ ਵੀ ਇਹ ਸਿਰਫ US ਵਿੱਚ ਪ੍ਰੋਬਲਮ ਨਹੀਂ ਗੀ, ਇਹ ਸਿਰਫ ਹੋਰ ਦੇਸ਼ਾਂ ਦੀ ਪ੍ਰੋਬਲਮ ਨਹੀਂ ਗੀ, ਇਹ ਸਾਡੇ ਨਾਲ ਵੀ ਹੁੰਦਾ, ਇਹ ਕੈਨੇਡਾ ਵਿੱਚ ਵੀ ਹੋ ਰਿਹਾ। ਤੇ ਸਾਨੂੰ ਡਿਮਾਂਡ ਕਰਨਾ ਚਾਹੀਦਾ ਵੀ ਇਹ ਨਾ ਹੋਵੇ। ਤੇ ਇਹ ਗਲਤ ਗੱਲ ਜੇ ਹੋ ਰਹੀ ਹੈ ਕਿਤੇ, ਜੇ ਕੋਈ ਨਾ ਇਨਸਾਫੀ ਹੋ ਰਹੀ ਹੈ, ਸਾਨੂੰ ਐਡਰੈਸ ਕਰਨੀ ਚਾਹੀਦੀ ਹੈ। ਤੇ ਇਹ ਹਰ ਕੈਨੇਡੀਅਨ ਦੀ ਪ੍ਰੋਬਲਮ ਬਣ ਜਾਂਦੀ ਆ। ਤੇ ਸਾਨੂੰ ਲੱਗਦਾ ਸੀ ਵੀ ਜਦੋਂ ਵੀ ਅਸੀਂ ਕਿਸੇ ਨਾਲ ਇਹ ਗੱਲ ਕਰਦੇ ਸੀ ਉਹਨਾਂ ਨੂੰ ਹੈਰਾਨਗੀ ਹੁੰਦੀ ਸੀ ਵੀ ਇਹ ਕੈਲਗਰੀ ਵਿੱਚ ਕਿਵੇਂ ਹੋ ਸਕਦਾ, ਇਹ ਕੈਨੇਡਾ ਵਿੱਚ ਕਿਵੇਂ ਹੋ ਸਕਦਾ। ਅਸੀਂ ਕਈ ਜਗ੍ਹਾ ਵਿੱਚ ਇਹ ਫਿਲਮ ਨੂੰ ਪ੍ਰੈਜੈਂਟੇਸ਼ਨ ਕੀਤੀ ਆ ਵੀ ਸਾਨੂੰ ਫੰਡਿੰਗ ਵਾਸਤੇ ਤੇ ਪਿਚਸ ਕੀਤੇ ਆ। ਜਦੋਂ ਵੀ ਅਸੀਂ ਗੱਲ ਕਰਦੇ ਹਾਂ ਵੀ ਇਹ ਕੈਲਗਰੀ ਦੀ ਗੱਲ ਆ, ਕੈਨੇਡਾ ਦੀ ਗੱਲ ਆ, ਲੋਕਾਂ ਨੂੰ ਹੈਰਾਨੀ ਹੁੰਦੀ ਆ। ਕੈਨੇਡਾ ਤਾਂ ਚੰਗਾ ਦੇਸ਼ ਆ, ਇਹ ਜਿਹੇ ਕੰਮ ਕਦੇ ਨਹੀਂ ਹੁੰਦੇ ਕੈਨੇਡਾ ਵਿੱਚ। ਕੈਨੇਡਾ ਤਾਂ US ਨਾਲ ਕਿੰਨਾ ਚੰਗਾ ਹੁੰਦਾ। ਤੇ ਸ਼ਾਇਦ ਹੋਵੇ, ਪਰ ਸਾਨੂੰ ਮੇਨਟੇਨ ਕਰਨੀ ਚਾਹੀਦੀ ਹੈ ਉਹ ਇਨਸਾਫ, ਸਾਨੂੰ ਮੇਨਟੇਨ ਕਰਨਾ ਪੈਂਦਾ। ਜੇ ਅਸੀਂ ਉਸ ਤੇ ਫੋਕਸ ਨਹੀਂ ਕਰਦੇ, ਕਦੇ ਦੇਖਦੇ ਨਹੀਂ ਤੇ ਸੋਚਦੇ ਹਾਂ ਵੀ ਸਭ ਕੁਝ ਠੀਕ ਆ, ਤਾਂ ਫਿਰ ਨਾ ਇਨਸਾਫੀ ਹੌਲੀ ਵੱਧਦੀ ਜਾਂਦੀ ਆ ਤੇ ਟਰਸਟ ਜਿਹੜਾ ਪੁਲਿਸ ਨਾਲ ਸਾਡਾ ਟੁੱਟ ਜਾਂਦਾ। ਸੋ ਇਹ ਅਸੀਂ ਚਾਹੁੰਦੇ ਨਹੀਂਗੇ, ਤਾਂ ਹੀ ਅਸੀਂ ਇਹ ਫਿਲਮ ਬਣਾਈ ਸੀ ਵੀ ਇਹ ਨਾ ਹੋਵੇ। ਜੀ ਜੀ ਬਿਲਕੁਲ। ਆਈ ਵਾਜ਼ ਆਲਸੋ ਰੀਡਿੰਗ ਦਿਸ ਕਿ ਟੋਰਾਂਟੋ, ਵੈਨਕੂਵਰ, ਮੌਂਟਰੀਅਲ, ਸ਼ਿਕਾਗੋ ਐਂਡ ਨਿਊਯਾਰਕ ਵੱਡੀ ਸਿਟੀਜ਼ ਹੈਗੀਆਂ ਨੇ ਡੈਫੀਨੇਟਲੀ, ਤੇ ਸ਼ਾਇਦ ਲੋਕਾਂ ਨੂੰ ਲੱਗਦਾ ਹੋਏਗਾ ਕਿ ਇਹਨਾਂ ਸਿਟੀਜ਼ ਦੇ ਵਿੱਚ ਕ੍ਰਾਈਮ ਰੇਟ ਜ਼ਿਆਦਾ ਹੋਏਗਾ। ਪਰ 2018 ਦੀ ਜਿਹੜੀ ਰਿਪੋਰਟ ਸੀਗੀ ਉਹਦੇ ਮੁਤਾਬਕ ਕੈਲਗਰੀ ਪੁਲਿਸ ਸਰਵਿਸਿਜ਼ ਜ਼ਿਆਦਾ ਡੈਥ ਸ਼ੂਟਿੰਗਸ ਦੇ ਵਿੱਚ ਇਨਵੋਲਵ ਸੀਗੀ ਦੈਨ ਦੀਜ਼ ਸਿਟੀਜ਼। ਤੁਹਾਡਾ ਤਜਰਬਾ ਕੀ ਕਹਿੰਦਾ ਹੈ? ਤੁਸੀਂ ਪੂਰੀ ਇੱਕ ਡਾਕੂਮੈਂਟਰੀ ਫਿਲਮ ਤਿਆਰ ਕੀਤੀ ਹੈ, ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿ ਕੈਲਗਰੀ ਪੁਲਿਸ ਸਰਵਿਸਿਜ਼ ਦੇ ਵਿੱਚ ਇੰਨਾ ਜ਼ਿਆਦਾ ਕਿਉਂ ਹੈਗਾ ਹੈ? ਇਹ ਬਹੁਤ ਵੱਡਾ ਕੁਐਸਚਨ ਆ। ਤਾਂ ਕਿ ਜੇ ਤੁਸੀਂ ਨੰਬਰਸ ਦੇਖੋ ਤਾਂ 2018 ਵਿੱਚ ਕੈਲਗਰੀ ਪੁਲਿਸ ਨੇ 5 ਲੋਕਾਂ ਨੂੰ ਗੋਲੀ ਮਾਰ ਕੇ ਉਹਨਾਂ ਦੀ ਮੌਤ ਕੀਤੀ। ਸੋ ਨਿਊਯਾਰਕ ਵਿੱਚ 4 ਲੋਕਾਂ ਨੂੰ ਮਾਰਿਆ ਗਿਆ ਤੇ ਸ਼ਿਕਾਗੋ ਵਿੱਚ 3 ਲੋਕਾਂ ਨੂੰ ਮਾਰਿਆ ਗਿਆ, ਟੋਰਾਂਟੋ ਵਿੱਚ 1 ਜਾਂ 2 ਮੈਨੂੰ ਯਾਦ ਨਹੀਂ। ਪਰ ਇਹ ਨੰਬਰਸ ਇੰਨੇ ਛੋਟੇ ਸ਼ਹਿਰ ਵਿੱਚ ਇੰਨੇ ਜ਼ਿਆਦਾ ਲੋਕੀ ਕਿਵੇਂ ਮਾਰ ਸਕਦੇ ਆ? ਤੇ ਕਲੀਅਰਲੀ ਕੋਈ ਪ੍ਰੋਬਲਮ ਹੈਗੀ ਆ ਉੱਥੇ ਵੀ ਪੁਲਿਸ ਅਫਸਰ ਜਾਂ ਤਾਂ ਉਹਨਾਂ ਨੂੰ ਬਹੁਤ ਡਰ ਲੱਗ ਰਿਹਾ, ਜਾਂ ਉਹਨਾਂ ਦੀ ਟ੍ਰੇਨਿੰਗ ਬੈਡ ਆ, ਜਾਂ ਕੋਈ ਹੋਰ ਉਹਨਾਂ ਨੂੰ ਟੈਕਟਿਕਸ ਉਹ ਨਹੀਂ ਜਾਣਦੇ। ਤਾਂ ਕਿ 5 ਕੇਸਾਂ ਵਿੱਚ ਕਿਸੇ ਹੋਰ ਨੇ ਜਿਨ੍ਹਾਂ ਨੂੰ ਗੋਲੀ ਮਾਰੀ ਗਈ ਆ ਉਹਨਾਂ ਨੇ ਨਾ ਕੋਈ ਬੰਦੂਕ ਫੜੀ ਸੀ, ਰਾਈਟ? ਇਹ ਤੇ ਨਾਲੇ 2018 ਵਿੱਚ ਐਕਚੁਅਲੀ ਸਾਡੇ ਕਮਿਊਨਿਟੀ ਦਾ ਵੀ ਇੱਕ ਬੰਦਾ ਸੀ, ਜਸਕਮਲ ਲੇਲ, ਉਹਨੂੰ ਵੀ ਸਕਿਜ਼ੋਫਰੇਨੀਆ ਸੀ। ਤੇ ਪੁਲਿਸ ਵਾਲਿਆਂ ਨੇ ਫੋਨ ਕਾਲ ਤੋਂ ਰਿਸਪੌਂਡ ਕੀਤਾ। ਉਹਨੇ ਛੋਟਾ ਚਾਕੂ ਫੜਿਆ ਸੀ, ਘਰ ਦਾ ਚਾਕੂ। ਉਹ ਬਾਹਰ ਸੀ
ਸਵੇਰੇ 3 ਵਜੇ ਕਿਸੇ ਨੂੰ ਜਿਵੇਂ ਖਤਰਾ ਨਹੀਂ ਸੀ, ਉਹ ਇਕੱਲਾ ਬਾਹਰ ਸੀ ਤੇ ਉਹਨੂੰ ਆਵਾਜ਼ਾਂ ਸੁਣਦੀਆਂ ਸੀ ਤੇ ਪੁਲਿਸ ਵਾਲਿਆਂ ਨੂੰ ਪਤਾ ਸੀ ਵੀ ਇਸ ਬੰਦੇ ਨੂੰ ਸਕਿਜ਼ੋਫਰੇਨੀਆ ਹੈਗਾ, ਫਿਰ ਵੀ ਉਹਨੂੰ ਗੋਲੀ ਮਾਰੀ ਗਈ ਤੇ ਉਹ 25 ਸਾਲ ਦਾ ਮੁੰਡਾ ਸੀ। ਹੁਣ ਉਹਦੀ ਲਾਈਫ ਓਵਰ ਆ, ਉਹਦੀ ਫੈਮਿਲੀ ਬਿਲਕੁਲ ਜਿਵੇਂ ਉਹਨਾਂ ਦੀ ਬਰਬਾਦ ਹੋਈ ਗਈ ਹੈ ਇੱਕ ਤਰ੍ਹਾਂ ਦੀ। ਸੋ ਜਦੋਂ ਉਹਨਾਂ ਨੂੰ ਪਤਾ ਵੀ ਇਸ ਬੰਦੇ ਨੂੰ ਮੈਂਟਲ ਹੈਲਥ ਪ੍ਰੋਬਲਮ ਆ, ਉਹ ਬੰਦੂਕ ਨਾਲ ਕਿਉਂ ਰਿਸਪੌਂਸ ਦਿੰਦੇ ਨੇ? ਉਹਨਾਂ ਇਹ ਹੱਲ ਕਿਉਂ ਸਮਝਦੇ ਆ ਉਹ ਪ੍ਰੋਬਲਮ ਦਾ? ਤੇ ਮੇਰਾ ਖਿਆਲ ਕੈਲਗਰੀ ਦੇ ਵਿੱਚ ਸ਼ਾਇਦ ਉਹ ਹੋਰ ਸਾਲਾਂ ਵਿੱਚ ਇੰਪਰੂਵਮੈਂਟ ਕਰਨ, ਪਰ ਉਸ ਸਾਲ ਵਿੱਚ ਬਹੁਤ ਜਿਵੇਂ ਬੁਰਾ ਸਟੈਟਿਸਟਿਕ ਨਿਕਲਿਆ ਉਹਨਾਂ ਦਾ, ਤੇ ਰੀਅਲੀ ਸ਼ੌਕਿੰਗ ਆ ਵੀ ਇੰਨੇ ਛੋਟੇ ਸ਼ਹਿਰ ਵਿੱਚ 1.3 ਮਿਲੀਅਨ ਪੀਪਲ ਜ਼ਿਆਦਾ ਪੁਲਿਸ ਸ਼ੂਟਿੰਗਸ ਕਿਵੇਂ ਹੋ ਸਕਦੀਆਂ ਕੰਪੇਅਰਡ ਟੂ ਨਿਊਯਾਰਕ 9 ਮਿਲੀਅਨ ਪੀਪਲ ਤੇ ਸ਼ਿਕਾਗੋ 2.5 ਮਿਲੀਅਨ ਪੀਪਲ। ਬਹੁਤ ਵੱਡੀਆਂ ਪੁਲਿਸ ਡਿਪਾਰਟਮੈਂਟਸ ਨੇ ਜਿੱਥੇ ਵਾਇਲੈਂਟ ਕ੍ਰਾਈਮ ਬਹੁਤ ਜ਼ਿਆਦਾ ਆ। ਤੁਸੀਂ ਪ੍ਰੋਬਲਮ ਆਪਣੀ ਸੋਚੋ ਕੈਲਗਰੀ ਵੀ, ਇੰਨੇ ਲੋਕਾਂ ਨੂੰ ਤੁਸੀਂ ਕਿਉਂ ਗੋਲੀਆਂ ਮਾਰ ਰਹੇ ਹੋ? ਕੁਛ ਹੋਰ ਤੁਸੀਂ ਹੱਲ ਲੱਭੋ। ਮੇਰਾ ਖਿਆਲ that's the big point, is it's way too much। ਜੀ, ਅਜਿਹੀਆਂ ਫਿਲਮਸ ਲਈ ਰਿਸਰਚ ਵਰਕ ਬਹੁਤ ਮਾਇਨੇ ਲੱਗਦਾ। ਰੁਪਿੰਦਰ ਜੀ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ, ਇਟ ਇਜ਼ ਅ ਬਿਗ ਟਾਸਕ, ਸਪੈਸ਼ਲੀ ਜੇ ਨੰਬਰਸ ਐਂਡ ਫੈਕਟਸ ਦੀ ਗੱਲ ਆਉਂਦੀ ਹੈ। ਕਿੰਨਾ ਚੈਲੰਜਿੰਗ ਤੁਹਾਡੇ ਲਈ ਸੀਗਾ ਇਹ ਸਾਰੇ ਫੈਕਟਸ ਐਂਡ ਨੰਬਰਸ ਕਲੈਕਟ ਕਰਨਾ? ਹਾਂਜੀ, ਅਸੀਂ ਬਹੁਤ ਸਾਲਾਂ ਤੋਂ ਇਹ ਰਿਸਰਚ ਵੀ ਕਰਦੇ ਆਉਂਦੇ ਹਾਂ ਤੇ ਪ੍ਰੋਡਕਸ਼ਨ ਵੀ, ਤੇ ਸਲੋ ਪ੍ਰੋਸੈਸ ਆ। ਤੇ ਇੱਕ ਹੋਰ ਗੱਲ ਸਾਨੂੰ ਪਤਾ ਲੱਗੀ ਇਸ ਪ੍ਰੋਸੈਸ ਵਿੱਚ ਵੀ, ਜਦੋਂ ਤੁਸੀਂ ਕਿਸੇ ਗਵਰਨਮੈਂਟ ਏਜੰਸੀ ਤੋਂ ਇਨਫੋਰਮੇਸ਼ਨ ਮੰਗਦੇ ਹੋ, ਆਸਾਨੀ ਨਾਲ ਨਹੀਂ ਮਿਲਦੀ। ਤੇ ਕੈਨੇਡਾ ਵਿੱਚ ਇੱਕ ਹੋਰ ਕਾਨੂੰਨ ਆ ਜਿਹੜਾ ਫਰੀडम ਆਫ ਇਨਫੋਰਮੇਸ਼ਨ ਕਾਨੂੰਨ ਆ। ਹਰ ਕੈਨੇਡੀਅਨ ਜੋ ਕਿਸੇ ਪਬਲਿਕ ਅਫੀਸ਼ੀਅਲਸ ਤੋਂ ਫਾਈਲਾਂ ਜਾਂ ਕੋਈ ਕੋਰਸਪੋਂਡੈਂਸ ਮੰਗਣਾ ਚਾਹੁੰਦੇ ਆ, ਤੁਸੀਂ ਮੰਗ ਸਕਦੇ ਹੋ, ਪਰ ਅਸਲੀਅਤ ਵਿੱਚ ਉਹ ਤੁਹਾਨੂੰ ਨਾ ਕਹਿ ਸਕਦੇ ਆ ਬਹੁਤ ਆਸਾਨੀ ਨਾਲ। ਤੇ ਜਦੋਂ ਤੁਸੀਂ ਪੁਲਿਸ ਵਾਲਿਆਂ ਨੂੰ ਪੁੱਛਦੇ ਹੋ, ਜਾਂ ਜਿਹੜੀ ਪੁਲਿਸ ਵਾਚਡੌਗ ਆਰਗੇਨਾਈਜੇਸ਼ਨ ਆ ACERT, ਜਿਹੜੀ ਇਨਵੈਸਟੀਗੇਸ਼ਨ ਕਰਦੇ ਆ ਪੁਲਿਸ ਸ਼ੂਟਿੰਗਸ ਵਿੱਚ, ਜਦੋਂ ਤੁਸੀਂ ਉਹਨਾਂ ਨੂੰ ਪੁੱਛਦੇ ਹੋ ਤਾਂ ਉਹ ਤੁਹਾਨੂੰ ਬਹੁਤ ਆਸਾਨੀ ਨਾਲ ਨਾ ਵੀ ਕਹਿ ਸਕਦੇ ਆ। ਸੋ ਅਸੀਂ ਕਈ ਵਾਰੀ ਫਰੀडम ਆਫ ਇਨਫੋਰਮੇਸ਼ਨ ਰਿਕੁਐਸਟ ਕੀਤੀਆਂ ਤੇ ਸਾਨੂੰ ਨਾ ਵੀ ਕਿਹਾ ਗਿਆ। ਤੇ ਦੂਜੀ ਗੱਲ ਆ ਵੀ ਕੈਨੇਡਾ ਇੰਨਾ ਵੱਡਾ ਦੇਸ਼ ਨਹੀਂ, ਪਰ ਅਸੀਂ ਕੈਨੇਡਾ ਵਾਈਡ ਕੋਈ ਸਟੈਟਿਸਟਿਕ ਨਹੀਂ ਰੱਖਦੇ ਵੀ ਕਿੰਨੇ ਲੋਕਾਂ ਨੂੰ ਪੁਲਿਸ ਮਾਰਦੀ ਆ। ਅਸੀਂ ਕੋਈ ਰੇਸ਼ੀਅਲ ਸਟੈਟਿਸਟਿਕਸ ਨਹੀਂ ਰੱਖਦੇ ਵੀ ਕਿੰਨਾ ਲੋਕਾਂ ਨਾਲ ਜ਼ਿਆਦਾ ਪੁਲਿਸ ਦੀ ਇੰਟਰੈਕਸ਼ਨ ਹੁੰਦੀ ਆ, ਕਿੰਨਾ ਲੋਕਾਂ ਨਾਲ ਜ਼ਿਆਦਾ ਪੁਲਿਸ ਦੀ ਕੰਪਲੇਂਟ ਹੁੰਦੀ ਆ, ਕਿੰਨਾ। ਸੋ ਜੇ ਅਸੀਂ ਇਹ ਇਨਫੋਰਮੇਸ਼ਨ ਨਹੀਂ ਰੱਖਦੇ ਤਾਂ ਸਾਨੂੰ ਪਤਾ ਕਿਵੇਂ ਲੱਗੂ ਵੀ ਜੇ ਕੋਈ ਸਿਸਟਮੈਟਿਕ ਪ੍ਰੋਬਲਮ ਹੈ ਕਿ ਸਾਨੂੰ ਪਤਾ ਕਿਵੇਂ ਲੱਗੂ, ਹੈ ਨਾ? ਵੀ ਜੇ ਅਸੀਂ ਗਿਣਤੀ ਨਹੀਂ ਕਰਦੇ ਕਿਸੇ ਚੀਜ਼ ਦੀ ਤਾਂ ਫਿਰ ਅਸੀਂ ਉਹਨੂੰ ਐਡਰੈਸ ਕਿਵੇਂ ਕਰ ਸਕਦੇ ਹਾਂ? ਸੋ ਇਹ ਪ੍ਰੋਬਲਮ ਐਗਜ਼ਿਸਟ, ਇਟਸ ਅ ਰੀਅਲ ਪ੍ਰੋਬਲਮ ਕੈਨੇਡਾ ਵਿੱਚ ਵੀ। ਅਸੀਂ ਇਸ ਗੱਲਾਂ ਬਾਰੇ ਕੋਈ ਨੰਬਰਸ ਨਹੀਂ ਰੱਖਦੇ ਤੇ ਮੇਰਾ ਖਿਆਲ ਇਮੀਡੀਏਟਲੀ ਸਾਨੂੰ ਕੈਨੇਡਾ ਵਿੱਚ ਸ਼ੁਰੂ ਕਰਨਾ ਚਾਹੀਦਾ ਵੀ ਜਦੋਂ ਵੀ ਪੁਲਿਸ ਕਿਸੇ ਬੰਦੇ ਨੂੰ ਕੈਨੇਡਾ ਵਿੱਚ ਕੋਈ ਮਾਰਦੀ ਆ, ਕਿਸੇ ਫੈਡਰਲ ਏਜੰਸੀ ਨੂੰ ਇਕੱਠਾ ਕਰਨਾ ਚਾਹੀਦਾ ਉਹ ਨੰਬਰ। ਜੀ ਜੀ, ਬਿਲਕੁਲ। ਐਂਡ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਰੁਪਿੰਦਰ ਜੀ ਗੱਲ ਕਰਕੇ, ਐਂਡ ਬਹੁਤ ਵਧੀਆ ਇਨੀਸ਼ੀਏਟਿਵ ਤੁਹਾਡੇ ਵੱਲੋਂ, ਤੁਹਾਡੀ ਟੀਮ ਵੱਲੋਂ ਲਿਆ ਗਿਆ ਹੈ। ਅਸੀਂ ਵੀ ਉਮੀਦ ਕਰਾਂਗੇ ਕਿ ਇਸ ਫਿਲਮ ਰਾਹੀਂ ਜਲਦ ਹੀ ਕੈਨੇਡਾ ਦੇ ਵਿੱਚ ਜਿਹੜਾ ਸਿਸਟਮਿਕ ਰੇਸਿਜ਼ਮ ਹੈਗਾ, ਡਿਸਕ੍ਰਿਮੀਨੇਸ਼ਨ ਹੈਗਾ, ਉਸ ਨੂੰ ਐਡਰੈਸ ਕੀਤਾ ਜਾਏ, ਉਸ ਨੂੰ ਖਤਮ ਕੀਤਾ ਜਾਏ ਅਤੇ ਲੋਕਾਂ ਨੂੰ ਇਨਸਾਫ ਮਿਲ ਸਕੇ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਸੋ ਮਚ ਫॉर ਜੁਆਇਨਿੰਗ PTC ਪੰਜਾਬੀ ਐਂਡ ਵੀ ਵਿਸ਼ ਯੂ ਗੁੱਡ ਲੱਕ। ਥੈਂਕ ਯੂ ਵੈਰੀ ਮਚ। ਸੋ NRI ਵਰਲਡ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇ ਤੁਸੀਂ ਆਪਣਾ ਕੋਈ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਦਿਓ ਇਜਾਜ਼ਤ ਅਤੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਵੇਖਦੇ ਰਹੋ PTC ਨਿਊਜ਼।